ਹੈਲੋ ਦੋਸਤੋ, ਅੱਜ ਆਪਾਂ ਅਗਲੇ 50 ਕੁਐਸਚਨ ਨੂੰ ਹੱਲ ਕਰਾਂਗੇ। ਤੇ ਜਿਹਨੇ ਪਹਿਲੀ ਵੀਡੀਓ ਨਹੀਂ ਦੇਖੀ ਗੀ ਉਹ ਪਹਿਲਾਂ ਵੀਡੀਓ ਦੇਖ ਸਕਦਾ ਹੈ, ਜਿਹਦੇ ਵਿੱਚ ਪਹਿਲਾਂ ਆਪਾਂ ਪਹਿਲੇ 50 ਕੁਐਸਚਨਾਂ ਨੂੰ ਹੱਲ ਕੀਤਾ ਸੀਗਾ। ਹੁਣ ਅਗਲੇ 50 ਕੁਐਸਚਨ ਨੂੰ ਹੱਲ ਕਰਾਂਗੇ। ਸਟਾਰਟ ਕਰਦੇ ਹਾਂ। ਬਨਾਵਟੀ ਉਪਗ੍ਰਹਿ ਵਾਯੂਮੰਡਲ ਦੀ ਕਿਹੜੀ ਪਰਤ ਦੇ ਵਿੱਚ ਸਥਾਪਿਤ ਕੀਤਾ ਜਾਂਦਾ ਹੈ? ਇਹ ਹੈ ਜੀ, ਇਸ ਦਾ ਆਨਸਰ ਹੈ ਆਇਨ ਮੰਡਲ। ਆਪਾਂ ਇਹਨਾਂ ਬਾਰੇ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਹੁੰਦਾ ਹੈਗਾ ਅਸ਼ਾਂਤ ਮੰਡਲ। ਅਸ਼ਾਂਤ ਮੰਡਲ, ਜੇਕਰ ਆਪਾਂ ਧਰਤੀ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਹੁੰਦਾ ਹੈ ਅਸ਼ਾਂਤ ਮੰਡਲ। ਇਹ ਹੁੰਦਾ ਹੈ 0 ਤੋਂ ਲੈ ਕੇ 16 ਕਿਲੋਮੀਟਰ ਤੱਕ ਦਾ ਏਰੀਆ। ਤੇ ਉਸ ਤੋਂ ਬਾਅਦ ਹੁੰਦਾ ਹੈਗਾ ਜੀ ਸਮਤਾਪ ਮੰਡਲ। ਇਹ 16 ਤੋਂ ਲੈ ਕੇ 50 ਤੱਕ ਦਾ ਕਿਲੋਮੀਟਰ ਏਰੀਆ। ਫਿਰ ਉਸ ਤੋਂ ਬਾਅਦ ਹੁੰਦਾ ਹੈਗਾ ਜੀ ਮੱਧਵਰਤੀ, 50 ਤੋਂ ਲੈ ਕੇ 100 ਤੱਕ ਦਾ। ਤੇ ਉਸ ਤੋਂ ਬਾਅਦ ਆਇਨ ਮੰਡਲ ਹੁੰਦਾ ਹੈਗਾ 100 ਕਿਲੋਮੀਟਰ ਤੋਂ ਲੈ ਕੇ ਉੱਪਰ। ਤੇ ਇੱਕ ਹੁੰਦਾ ਹੈਗਾ ਪਲਾਂਟ। ਇਹ ਹੁੰਦਾ ਹੈਗਾ ਜੀ 600 ਕਿਲੋਮੀਟਰ ਤੋਂ ਉੱਪਰ ਵਾਲੇ ਭਾਗ ਨੂੰ ਪਲਾਂਟ ਕਿਹਾ ਜਾਂਦਾ ਹੈਗਾ। ਸਮੁੰਦਰ ਦੀ ਡੂੰਘਾਈ ਮਾਪਣ ਵਾਲੇ ਯੰਤਰ ਨੂੰ ਕੀ ਕਿਹਾ ਜਾਂਦਾ ਹੈਗਾ? ਇਸ ਨੂੰ ਬੋਲਿਆ ਜਾਂਦਾ ਹੈ ਫੈਦੋਮੀਟਰ। ਸਮੁੰਦਰ ਦੀ ਡੂੰਘਾਈ ਮਾਪਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਫੈਦਮ ਕਿਹਾ ਜਾਂਦਾ ਹੈ। ਤੇ ਇੱਕ ਫੈਦਮ ਦੀ 6 ਫੁੱਟ ਦੇ ਬਰਾਬਰ ਹੁੰਦਾ ਹੈ। ਸੋਨਾਰ ਇੱਕ ਅਜਿਹੀ ਵਿਧੀ ਹੈ ਜਿਸ ਨੂੰ ਸਮੁੰਦਰ ਦੀ ਡੁੱਬੀਆਂ ਹੋਈਆਂ ਚੀਜ਼ਾਂ ਨੂੰ ਪਤਾ ਲਗਾਇਆ ਜਾਂਦਾ ਹੈ। ਅਲਟਰਾਸੋਨਿਕ ਤਰੰਗਾਂ ਦੁਆਰਾ ਇਸ ਦਾ ਪਤਾ ਲਗਾਇਆ ਜਾਂਦਾ। ਮਨੁੱਖ ਇਹਨਾਂ ਤਰੰਗਾਂ ਨੂੰ ਸੁਣ ਨਹੀਂ ਸਕਦਾ, ਪਰ ਜਿਹੜੇ ਜਾਨਵਰ ਹੁੰਦੇ ਹਨ ਜਿਵੇਂ ਕੁੱਤਾ, ਬਿੱਲੀ, ਚਮਗਾਦੜ, ਡੋਲਫਿਨ ਆਦਿ ਇਹ ਤਰੰਗਾਂ ਨੂੰ ਸੁਣ ਸਕਦੇ ਆ। ਕਿਹਾ ਜਾਂਦਾ ਹੈ ਕਿ ਚਮਗਾਦੜ ਜਿਹੜਾ ਉੜਦੇ ਸਮੇਂ ਕੀ ਹੈ ਇਹਨਾਂ ਤਰੰਗਾਂ ਨੂੰ ਪੈਦਾ ਕਰਦਾ ਹੈਗਾ। ਭਾਰਤੀ ਨਾਗਰਿਕਾਂ ਨੂੰ ਸੰਵਿਧਾਨ ਦੇ ਵਿੱਚ ਕਿਹੜੇ ਅਨੁਛੇਦ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦਾ ਅਧਿਕਾਰ ਦਿੱਤਾ ਗਿਆ ਹੈ? ਇਹ ਹੈ ਜੀ 19A। ਆਪਾਂ ਜਾਣਦੇ ਹਾਂ ਕਿ ਫੰਡਾਮੈਂਟਲ ਰਾਈਟ 12 ਤੋਂ ਲੈ ਕੇ 35 ਤੱਕ ਆਉਂਦੇ ਨੇ, ਜਿਹਦੇ ਵਿੱਚ ਆਪਾਂ ਨੂੰ 19ਵਾਂ ਜਿਹੜਾ ਹੈਗਾ ਸੁਤੰਤਰਤਾ ਦਾ ਅਧਿਕਾਰ ਬਾਰੇ ਦਿੱਤਾ ਗਿਆ ਹੈਗਾ ਜੀ। ਠੀਕ ਹੈ ਜੀ। ਤੇ ਇਹਦੇ ਵਿੱਚ ਜਾਣ ਲੈਂਦੇ ਹਾਂ। ਇਸ ਦੇ ਵਿੱਚ ਕੁਛ ਸਬ ਪਾਰਟ ਨੇ ਇਹਦੇ। ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਪ੍ਰੈਸ ਦੀ ਆਜ਼ਾਦੀ, ਸੂਚਨਾ ਦੀ ਆਜ਼ਾਦੀ, ਰਾਸ਼ਟਰੀ ਝੰਡਾ ਲਹਿਰਾਉਣ ਦੀ ਆਜ਼ਾਦੀ। ਖ ਦੇ ਵਿੱਚ ਹੈ ਸ਼ਾਂਤੀਪੂਰਨ ਸੰਮੇਲਨ ਕਰਨ ਦੀ, ਸੰਘ ਬਣਾਉਣ ਦੀ ਆਜ਼ਾਦੀ, ਭਾਰਤ ਵਿੱਚ ਸੁਤੰਤਰਤਾਪੂਰਵਕ ਘੁੰਮਣ ਫਿਰਨ ਦੀ ਆਜ਼ਾਦੀ। ਤੇ ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਂਤਾਂ ਦੇ ਵਿੱਚ ਵਸਣ ਵਾਲੇ ਨੂੰ ਇਹ ਆਜ਼ਾਦੀ ਦਿੱਤੀ ਗਈ ਹੈ। ਪਰ ਹੁਣ ਕੀ ਹੈ 370 ਧਾਰਾ ਜਿਹੜੀ ਹੈ ਖਤਮ ਹੋ ਚੁੱਕੀ ਹੈ। ਹੁਣ ਇਹ ਜੰਮੂ ਕਸ਼ਮੀਰ ਦੇ ਉੱਪਰ ਵੀ ਲਾਗੂ ਹੈ ਗਈ। ਤਿਰੰਗੇ ਦੀ ਲੰਬਾਈ ਅਤੇ ਚੌੜਾਈ ਦਾ ਅਨੁਪਾਤ ਕੀ ਹੈ? ਇਹ ਹੈਗਾ 3.13:2। ਨਗਰ ਨਿਗਮ ਸੰਸਥਾ ਵਿੱਚ ਔਰਤਾਂ ਦਾ ਰਾਖਵਾਂਕਰਨ ਇਹ ਹੈਗਾ ਜੀ 1/3। ਗ੍ਰਾਮ ਪੰਚਾਇਤ, ਬਲਾਕ ਸਮਿਤੀ ਅਤੇ ਨਗਰ ਪੰਚਾਇਤ ਨਗਰ ਪਾਲਿਕਾ ਵੀ ਔਰਤਾਂ ਲਈ 33% ਦਾ ਰਾਖਵਾਂਕਰਨ ਕੀਤਾ ਗਿਆ ਹੈ। ਪੰਚਾਇਤੀ ਵਿਵਸਥਾ ਬਿਹਾਰ ਵਿੱਚ ਸਭ ਤੋਂ ਪਹਿਲਾਂ ਆਈ ਸੀ ਜੇ ਗੱਲ ਕਰੀਏ ਤਾਂ ਆਪਾਂ। ਉੱਤਰਾਖੰਡ ਤੇ ਮੱਧ ਪ੍ਰਦੇਸ਼ ਵਿੱਚ ਸਭ ਤੋਂ ਪਹਿਲਾਂ ਇਹ 50% ਰਾਖਵਾਂਕਰਨ ਦਿੱਤਾ ਗਿਆ ਹੈਗਾ। ਮੈਕਸਤਨੀਜ਼ ਜਿਹੜਾ ਕੀ ਹੈ ਰਾਜਦੂਤ ਜਿਹੜਾ ਆਇਆ ਸੀਗਾ 30 ਈਸਵੀ ਪੂਰਵ ਦੇ ਵਿੱਚ। ਤੇ ਇਹ ਨਗਰ ਉਲੇਖਾਂ ਬਾਰੇ ਦੱਸਿਆ ਕਿ ਉਹਨੇ ਆਪਣੀ ਪੁਸਤਕ ਇੰਡੀਕਾ ਦੇ ਵਿੱਚ ਦੱਸਿਆ ਹੋਇਆ ਹੈ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਪੂਰੇ ਭਾਰਤ ਨੂੰ ਸਮਾਜ ਨੂੰ 7 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਤੇ ਸਭ ਤੋਂ ਪਹਿਲਾਂ 1687 ਈਸਵੀ ਵਿੱਚ ਮਦਰਾਸ ਵਿਖੇ ਨਗਰ ਨਿਗਮ ਦੀ ਸਥਾਪਨਾ ਕੀਤੀ ਗਈ। ਇਹ ਪਹਿਲਾਂ ਕੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਲਿਖਿਆ ਨਹੀਂ ਗਿਆ ਸੀਗਾ। ਤਾਂ 74ਵੀਂ ਕੰਸਟੀਟਿਊਸ਼ਨ ਅਮੈਂਡਮੈਂਟ ਹੋਇਆ ਹੈ ਜਿਹਦੇ ਵਿੱਚ 1952 ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ। ਅਤੇ 12ਵੀਂ ਅਨੁਸੂਚੀ ਵਿੱਚ ਗ੍ਰਾਮ ਪੰਚਾਇਤ ਦੇ ਬਾਰੇ ਜ਼ਿਕਰ ਕੀਤਾ ਗਿਆ। ਟਾਈਫੂਨ ਚੱਕਰਵਾਤ ਕਿਹੜੇ ਮਹਾਸਾਗਰ ਵਿੱਚ ਆਉਂਦੇ ਹੈ? ਇਹ ਹੈਗਾ ਜੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ। ਸਵੇਜ ਨਹਿਰ ਦੀ ਲੰਬਾਈ ਕਿੰਨੀ ਹੈ? ਸਵੇਜ ਨਹਿਰ ਦੀ ਲੰਬਾਈ ਹੈਗੀ ਹੈ ਜੀ 168 ਕਿਲੋਮੀਟਰ। ਸਵੇਜ ਨਹਿਰ ਦਾ ਨਿਰਮਾਣ ਕੀ ਹੈ 25 ਅਪ੍ਰੈਲ 1800
1959 ਦੇ ਵਿੱਚ ਇਸ ਵਿੱਚ ਸ਼ੁਰੂ ਹੋਇਆ ਤੇ 1869 ਈਸਵੀ ਵਿੱਚ ਬਣ ਕੇ ਤਿਆਰ ਹੋ ਗਈ। ਇਹ ਨਹਿਰ ਕੀ ਹੈ, ਭੂਮੱਧ ਸਾਗਰ ਅਤੇ ਲਾਲ ਸਾਗਰ ਨੂੰ ਆਪਸ ਵਿੱਚ ਜੋੜਦੀ ਹੈ। ਇਸ ਤਰ੍ਹਾਂ ਦੇ ਏਰੀਆ ਵਿੱਚ ਹੈਗਾ। ਅਫਗਾਨਿਸਤਾਨ ਦਾ ਜੇਕਰ ਆਪਾਂ ਦੇਖੀਏ ਤਾਂ ਇੱਥੋਂ ਇਹ ਵਾਲੇ ਏਰੀਆ, ਇਸ ਵਾਲੇ ਏਰੀਆ ਨੂੰ ਤੇ ਇਸ ਵਾਲੇ ਏਰੀਆ ਨੂੰ ਕਨੈਕਟ ਕਰ ਦਿੱਤੇ। ਨੇਪਾਲ ਵਿੱਚ ਮਾਊਂਟ ਐਵਰੈਸਟ ਨੂੰ ਕੀ ਕਿਹਾ ਜਾਂਦਾ ਹੈਗਾ? ਇਹ ਹੈਗਾ ਜੀ ਸਾਗਰ ਮੱਥਾ। ਮਾਊਂਟ ਐਵਰੈਸਟ ਦੀ ਉਚਾਈ ਤਾਂ ਵੈਸੇ ਇੰਨੀ ਹੈ, ਪਰ ਇਹ ਜਿਹੜੇ ਹੁਣ ਕੀ ਹੈ ਨਵੀਂ ਇਹਨਾਂ ਨੇ ਚੀਨ ਵਾਲਿਆਂ ਨੇ ਨਵੀਂ ਇਹਨਾਂ ਨੂੰ ਮਾਪਿਆ ਹੈਗਾ, ਜਿਹਦੇ ਵਿੱਚ ਉਹਨਾਂ ਨੇ ਉਚਾਈ ਨੂੰ ਹੋਰ ਵਧਾ ਕੇ ਦਿੱਤਾ ਹੋਇਆ ਹੈ। ਇਸ 'ਤੇ ਸਭ ਤੋਂ ਪਹਿਲਾਂ ਹੈਲਰੀ ਆਪਣੇ ਸਾਥੀ ਟੈਨਜ਼ਿੰਗ ਨੌਰਗੇ ਨਾਲ ਇਸ 'ਤੇ ਚੜ੍ਹਿਆ ਸੀ। ਅਤੇ ਭਾਰਤੀਆਂ ਦੀ ਗੱਲ ਕਰੀਏ ਤਾਂ ਅਵਤਾਰ ਸਿੰਘ ਚੀਮਾ ਸਭ ਤੋਂ ਪਹਿਲਾਂ ਭਾਰਤੀ ਸੀਗਾ ਜਿਹੜਾ ਮਾਊਂਟ ਐਵਰੈਸਟ 'ਤੇ ਉੱਪਰ ਚੜ੍ਹਾਈ ਕੀਤੀ। ਅਤੇ ਪਹਿਲੀ ਔਰਤ ਬਿਸ਼ੇਂਦਰੀ ਪਾਲ। ਐਲ ਨੀਨੋ ਜਲਧਾਰਾ ਕਿਹੜੇ ਮਹਾਸਾਗਰ ਤੋਂ ਵਹਿੰਦੀਆਂ ਹਨ? ਇਹ ਹੈ ਜੀ ਪ੍ਰਸ਼ਾਂਤ ਮਹਾਸਾਗਰ ਤੋਂ। ਉਸ ਤੋਂ ਬਾਅਦ ਹੈ ਜੀ ਭੂਰਾ ਕੋਇਲਾ ਕਿਸ ਨੂੰ ਕਿਹਾ ਜਾਂਦਾ ਹੈਗਾ? ਇਹ ਭੂਰਾ ਕੋਇਲਾ ਕਿਸ ਨੂੰ ਕਿਹਾ ਜਾਂਦਾ ਹੈਗਾ? ਇਹ ਹੈਗਾ ਜੀ ਲਿਗਨਾਈਟ। ਕੋਇਲੇ ਦੀਆਂ 4 ਕਿਸਮਾਂ ਹੁੰਦੀਆਂ ਹਨ: ਐਥਰੇਸਾਈਟ, ਬਿਟੂਮਿਨਸ, ਲਿਗਨਾਈਟ, ਪੀਟ। ਸਭ ਤੋਂ ਵਧੀਆ ਕਿਸਮ ਹੁੰਦੀ ਹੈ ਐਥਰੇਸਾਈਟ। ਅਤੇ ਕੋਇਲੇ ਤਹਿਦਾਰ ਚਟਾਨਾਂ ਦੇ ਵਿੱਚ ਪਾਇਆ ਜਾਂਦਾ ਹੈ। ਪਹਿਲੇ ਨੰਬਰ 'ਤੇ ਚੀਨ ਹੈ ਪੈਦਾ ਕਰਨ ਦੇ ਵਿੱਚ, ਅਤੇ ਤੀਜੇ ਸਥਾਨ 'ਤੇ ਆਉਂਦਾ ਹੈ ਭਾਰਤ। ਪਿਟ ਕੋਇਲਾ ਸਭ ਤੋਂ ਨਵੀਨ ਕਿਸਮ ਹੁੰਦਾ ਕੋਇਲਾ ਹੈ। ਅਤੇ ਆਇਰਨ ਸਲਫਾਈਡ ਨੂੰ ਝੂਠਾ ਕੋਇਲਾ ਵੀ ਕਿਹਾ ਜਾਂਦਾ ਹੈ। ਜਾਤ ਅਤੇ ਸਵਾਰ ਪਦ ਕਿਹੜੀ ਪ੍ਰਣਾਲੀ ਨਾਲ ਸੰਬੰਧਿਤ ਹਨ? ਇਹ ਹੈ ਜੀ ਮਨਸਬਦਾਰੀ ਪ੍ਰਣਾਲੀ। ਮਨਸਬਦਾਰ ਪ੍ਰਣਾਲੀ ਦਾ ਸੰਸਥਾਪਕ ਕੌਣ ਸੀ? ਇਸ ਦਾ ਆਨਸਰ ਹੈ ਅਕਬਰ। ਮਨਸਬਦਾਰ ਪ੍ਰਣਾਲੀ 1571 ਦੇ ਵਿੱਚ ਅਕਬਰ ਨੇ ਮੀਰ ਬਖਸ਼ੀ ਸ਼ਾਹਬਾਜ਼ ਖਾਂ ਦੀ ਮਦਦ ਦੇ ਨਾਲ ਸੈਨਿਕਾਂ ਅਤੇ ਅਸੈਨਿਕ ਸੰਬੰਧੀ ਇਹ ਪ੍ਰਣਾਲੀ ਸ਼ੁਰੂ ਕੀਤੀ। ਇਸ ਦਾ ਅਰਥ ਹੁੰਦਾ ਹੈ ਪਦਵੀ ਜਾਂ ਸਥਾਨ। ਅਸਲ ਵਿੱਚ ਮੁਗਲ ਦਰਬਾਰ ਦੇ ਵਿੱਚ ਹਰ ਮਹੱਤਵਪੂਰਨ ਕਰਮਚਾਰੀ ਨੂੰ ਮਨਸਬਦਾਰ ਕਿਹਾ ਜਾਂਦਾ ਸੀ, ਭਾਵੇਂ ਉਹ ਕਵੀ ਸੀ, ਭਾਵੇਂ ਉਹ ਸੈਨਾਪਤੀ ਸੀ। ਅਕਬਰ ਸਮੇਂ ਕੀ ਹੈ 31 ਸ਼੍ਰੇਣੀਆਂ ਹੁੰਦੀਆਂ ਸੀ ਮਨਸਬਦਾਰ ਦੀਆਂ। ਜਹਾਂਗੀਰ ਦੇ ਸਮੇਂ 34, ਸ਼ਾਹਜਹਾਂ ਦੇ ਸਮੇਂ 25 ਅਤੇ ਔਰੰਗਜ਼ੇਬ ਦੇ ਸਮੇਂ 27। ਮਨਸਬਦਾਰਾਂ ਦੀ ਨਿਯੁਕਤੀ ਤੇ ਸਮਰਾਟ ਦੁਆਰਾ ਕੀਤੀ ਜਾਂਦੀ ਸੀ। ਇਹਨਾਂ ਨੂੰ ਤਨਖਾਹ ਅਤੇ ਨਗਦੀ ਜਾਂ ਕੋਈ ਪ੍ਰਦੇਸ਼ ਦਾ ਨਿਸ਼ਚਿਤ ਭੂਮੀ ਕਰ ਦੇ ਰੂਪ ਵਿੱਚ ਦੇ ਦਿੱਤੀ ਜਾਂਦੀ ਸੀ। ਜਾਤ ਤੇ ਸਵਾਰ ਨਾਮਕ ਇਸ ਪ੍ਰਣਾਲੀ ਦੇ 2 ਪਦ ਸਨ। ਸ਼ੁਰੂ ਵਿੱਚ ਇਹ ਪ੍ਰਣਾਲੀ ਮੁਗਲ ਸਾਮਰਾਜ ਦੇ ਲਈ ਬੜੀ ਉਪਯੋਗੀ ਸਾਬਿਤ ਹੋਈ ਅਤੇ ਅਖੀਰ ਨੂੰ ਮੁਗਲ ਸਾਮਰਾਜ ਦੇ ਪਤਨ ਦਾ ਇੱਕੋ ਇੱਕ ਇਹੀ ਕਾਰਨ ਬਣੀ। 17ਵੀਂ ਸਦੀ ਦੇ ਵਿੱਚ ਮਨਸਬ ਦਾ ਸ਼ਬਦ ਨੂੰ ਮੌਜੂਦ ਸ਼ਬਦ ਜੋੜਿਆ ਗਿਆ ਅਤੇ ਸਾਦੀ ਨਾਂ 'ਤੇ ਮਨਸਬਦਾਰਾਂ ਦੀ ਨਿਯੁਕਤੀ ਕੀਤੀ ਗਈ। ਅਕਬਰ ਦਾ ਸਰਪ੍ਰਸਤ ਕੌਣ ਸੀ? ਬੈਰਮ ਖਾਂ। ਹਮਾਯੂ ਨੇ ਬੈਰਮ ਖਾਂ ਨੂੰ ਅਕਬਰ ਦਾ ਸਰਪ੍ਰਸਤ ਬਣਾਇਆ। ਬੈਰਮ ਖਾਂ ਨੇ ਮੁਗਲ ਸਾਮਰਾਜ ਦੀ ਵਾਂਗਡੋਰ 1556 ਦੇ ਵਿੱਚ ਰੱਖੀ ਅਤੇ ਇਹ 1560 ਤੱਕ ਰਹੇ। ਅਕਬਰ ਨੇ ਆਪਣੇ ਹੱਥ ਵਿੱਚ ਰੱਖੀ, ਮਤਲਬ ਕੀ ਹੈ 1556 ਤੋਂ ਲੈ ਕੇ 1560 ਤੱਕ ਇਹਨਾਂ ਨੇ ਆਪਣੇ ਹੱਥ ਦੇ ਵਿੱਚ, ਬੈਰਮ ਖਾਂ ਨੇ ਆਪਣੇ ਹੱਥ ਦੇ ਵਿੱਚ ਮੁਗਲ ਸਾਮਰਾਜ ਦੀ ਵਾਂਗਡੋਰ ਆਪਣੇ ਹੱਥ ਵਿੱਚ ਰੱਖੀ। ਅਕਬਰ ਦੇ ਬਾਲਕ ਹੋਣ 'ਤੇ ਬੈਰਮ ਖਾਂ ਦਾ ਪ੍ਰਭਾਵ ਖਤਮ ਹੋ ਗਿਆ। ਸੂਰਜ ਗ੍ਰਹਿਣ ਕਦੋਂ ਲੱਗਦਾ ਹੈ? ਇਸ ਦਾ ਆਨਸਰ ਹੈ ਜਦੋਂ ਚੰਨ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਵੇ। ਜਿਸ ਤਰ੍ਹਾਂ ਇਹ ਸਨ ਹੈ, ਇਹ ਅਰਥ ਹੈ ਅਤੇ ਇਹ ਮੂਨ ਹੈ। ਜਦੋਂ ਇਸ ਤਰ੍ਹਾਂ ਆ ਜਾਣ ਤਾਂ ਇਹ ਕੀ ਹੈ, ਉਸ ਸਮੇਂ ਚੰਨ ਗ੍ਰਹਿਣ ਲੱਗ ਜਾਂਦਾ ਹੈ। ਬੰਗਾਲ ਵਿਭਾਜਨ 1905 ਦੇ ਵਿਰੋਧ ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ? ਇਹ ਹੈ ਸਵਦੇਸ਼ੀ ਅੰਦੋਲਨ।
ਸਿੱਖਿਆ ਦਾ ਅਧਿਕਾਰ ਕਿਹੜੀ ਸੋਧ ਰਾਹੀਂ ਭਾਰਤੀ ਨਾਗਰਿਕਾਂ ਨੂੰ ਦਿੱਤਾ ਗਿਆ? 86ਵੀਂ ਸੋਧ ਵੇਲੇ। ਬਲਵੰਤ ਰਾਏ ਮਹਿਤਾ ਕਮੇਟੀ 1956 ਤੋਂ 57 ਕਿਸ ਦੇ ਨਾਲ ਰਿਲੇਟਡ ਹੈ? ਇਹ ਹੈ ਪੰਚਾਇਤੀ ਰਾਜ ਦੇ ਨਾਲ। 24 ਅਪ੍ਰੈਲ ਨੂੰ ਨੈਸ਼ਨਲ ਪੰਚਾਇਤੀ ਰਾਜ ਡੇ ਮਨਾਇਆ ਜਾਂਦਾ ਹੈ। ਪੰਚਾਇਤੀ ਰਾਜ ਨਾਲ ਹੋਰ ਕਮੇਟੀਆਂ ਹੈਗੀਆਂ ਅਸ਼ੋਕ ਮਹਿਤਾ ਕਮੇਟੀ, GVK ਰਾਓ ਕਮੇਟੀ, LM ਸਿਗਵੀ ਕਮੇਟੀ, PK ਥੁੰਗਨ ਕਮੇਟੀ, 14ਵਾਂ ਸੰਵਿਧਾਨਕ ਸੰਸ਼ੋਧਨ ਅਤੇ 73ਵਾਂ ਸੰਵਿਧਾਨਕ ਸੰਸ਼ੋਧਨ। ਤੁਸੀਂ ਇਹਨੂੰ ਯਾਦ ਰੱਖਣਾ ਹੈਗਾ। 2 ਅਕਤੂਬਰ 1959 ਨੂੰ ਰਾਜਸਥਾਨ ਦਾ ਪਹਿਲਾ ਡਿਸਟ੍ਰਿਕਟ ਹੈ ਨਾਗੌਰ, ਜਿਸ ਨੇ ਪੰਚਾਇਤੀ ਰਾਜ ਨੂੰ ਸਭ ਤੋਂ ਪਹਿਲਾਂ ਸਥਾਪਿਤ ਕੀਤਾ। ਮਾਰਕੋ ਪੋਲੋ ਵਿਦੇਸ਼ੀ ਯਾਤਰੀ ਦਾ ਸੰਬੰਧ ਕਿਸ ਦੇ ਨਾਲ ਹੈ? ਇਹ ਹੈ ਜੀ ਇਟਲੀ ਦੇ ਨਾਲ। ਨੀਚੇ ਕੁਝ ਯਾਤਰੀਆਂ ਦੇ ਨਾਮ ਦਿੱਤੇ ਹੋਏ ਨੇ ਤੇ ਉਹਨਾਂ ਦਾ ਸਮਕਾਲੀ ਕਿਸ ਦੇ ਸਮੇਂ ਆਏ ਨੇ ਤੇ ਉਹ ਕਿਸ ਸਮੇਂ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਆਏ ਨੇ। ਮੈਕਸਥਨੀਜ਼ ਚੰਦਰਗੁਪਤ ਮੌਰਿਆ ਦੇ ਸਮੇਂ ਆਏ। ਫਾਹੀਆਨ ਚੰਦਰਗੁਪਤ ਦੂਜਾ। ਹਿਊਮਸਾਂਗ ਇਹ ਹਰਸ਼ਵਰਧਨ ਦੇ ਸਮੇਂ ਆਇਆ। ਜਿਹੜੇ ਆਪਾਂ ਇੰਪੋਰਟਡ ਹੈ ਉਹੀ ਦੇਖਾਂਗੇ। ਐਲਬਰੂਨੀ ਇਹ ਮੁਹੰਮਦ ਗਜ਼ਨਵੀ ਦੇ ਸਮੇਂ ਭਾਰਤ ਵਿੱਚ ਆਇਆ। ਉਸ ਤੋਂ ਬਾਅਦ ਹੈਗਾ ਜੀ ਏਬਨ ਬਤੂਤਾ, ਇਹ ਕੀ ਹੈ? ਮੁਹੰਮਦ ਬਿਨ ਤੁਗਲਕ ਦੇ ਸਮੇਂ ਆਇਆ ਹੈ। ਜੀਨ ਲਿਥਨੌਟ ਬਿਨ ਥਿਨਨੌਟ ਔਰੰਗਜ਼ੇਬ ਦੇ ਸਮੇਂ ਤੇ ਪੀਟਰ ਮੰਡੀ ਇਹ ਸ਼ਾਹਜਹਾਂ ਦੇ ਸਮੇਂ। ਜਿੰਦਾ ਪੀਰ ਕਿਸ ਨੂੰ ਕਿਹਾ ਜਾਂਦਾ ਹੈਗਾ? ਇਹ ਹੈ ਔਰੰਗਜ਼ੇਬ ਨੂੰ। ਔਰੰਗਜ਼ੇਬ ਤੋਂ ਬਾਅਦ ਵੈਸੇ ਤਾਂ ਮੁਗਲ ਸਮਰਾਟ ਔਰੰਗਜ਼ੇਬ ਸਮੇਂ ਤੱਕ ਹੀ ਸ਼ਕਤੀਸ਼ਾਲੀ ਰਿਹਾ, ਉਸ ਤੋਂ ਬਾਅਦ ਔਰੰਗਜ਼ੇਬ ਤੋਂ ਬਾਅਦ ਡਿਕਲਾਈਨ ਹੁੰਦਾ ਗਿਆ। ਉਸ ਤੋਂ ਬਾਅਦ ਦੇ ਰਾਜੇ ਆਪਾਂ ਦੇਖ ਲੈਂਦੇ ਹਾਂ। ਬਹਾਦਰ ਸ਼ਾਹ ਪਹਿਲਾ, ਜਹਾਂਦਰ ਸ਼ਾਹ, ਫਰੁਖਸ਼ੀਅਰ, ਮੁਹੰਮਦ ਸ਼ਾਹ, ਅਹਿਮਦ ਸ਼ਾਹ, ਆਲਮਗੀਰ, ਸ਼ਾਹ ਆਲਮ ਸੈਕਿੰਡ, ਅਕਬਰ ਸੈਕਿੰਡ, ਬਹਾਦਰ ਸ਼ਾਹ ਜ਼ਫਰ ਇਹ ਆਖਰੀ ਸੀ। ਆਪਾਂ ਦੇਖਿਆ ਸੀਗਾ ਬੈਰੂਨ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਗਿਆ ਕੈਦ ਕਰਕੇ, ਫਿਰ ਉੱਥੇ ਹੀ ਇਹਨਾਂ ਦੀ ਡੈਥ ਹੋ ਜਾਂਦੀ ਹੈ। ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ, ਮੈਂ ਇਸ ਨੂੰ ਪ੍ਰਾਪਤ ਕਰਕੇ ਰਵਾਂਗਾ। ਇਹ ਸ਼ਬਦ ਕਿਸ ਦੇ ਹਨ? ਇਹ ਹੈ ਬਾਲ ਗੰਗਾਧਰ ਤਿਲਕ। 1895 ਵਿੱਚ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿੱਲ ਰਾਹੀਂ ਨਾਗਰਿਕਾਂ ਦੇ ਲਈ ਮੌਲਿਕ ਅਧਿਕਾਰਾਂ ਦੀ ਮੰਗ ਕੀਤੀ। ਮਰਾਠਾ ਅਤੇ ਕੇਸਰੀ ਨਾਮ ਦੇ ਸਮਾਚਾਰ ਪੱਤਰ ਇਹਨਾਂ ਨੇ ਸੰਪਾਦਕ ਕੀਤੇ। ਬਹੁਤ ਵਾਰ ਇਹ ਕੁਐਸਚਨ ਪੁੱਛ ਲਏ ਜਾਂਦੇ ਨੇ। ਜੇਕਰ ਸਾਡੇ ਘਰ ਦੇ ਵਿੱਚ ਚੋਰ ਵੜ ਆਇਆ ਤਾਂ ਸਾਡੇ ਕੋਲ ਬਾਹਰ ਕੱਢਣ ਦੀ ਹਿੰਮਤ ਨਾ ਹੋਵੇ ਤਾਂ ਸਾਨੂੰ ਉਸ ਨੂੰ ਅੰਦਰ ਹੀ ਜਿਉਂਦਾ ਸਾੜ ਦੇਣਾ ਚਾਹੀਦਾ ਹੈ। ਇਹ ਵੀ ਸ਼ਬਦ ਕਿਸ ਦੇ ਹੈ? ਬਾਲ ਗੰਗਾਧਰ ਤਿਲਕ ਦੇ। ਦਾਸਾਂ ਦਾ ਦਾਸ ਕਿਸ ਨੂੰ ਕਿਹਾ ਜਾਂਦਾ ਹੈਗਾ? ਇਲਤੁਤਮਿਸ਼ ਨੂੰ। ਕਿਉਂਕਿ ਇਲਤੁਤਮਿਸ਼ ਦਾਸ ਵੰਸ਼ ਦੇ ਨਾਲ ਸੰਬੰਧਿਤ ਇੱਕ ਕੁਤਬਦੀਨ ਐਬਕ ਜੋ ਕਿ ਮੁਹੰਮਦ ਗੋਰੀ ਦਾ ਦਾਸ ਸੀ, ਉਸ ਦਾ ਦਾਸ ਸੀ। ਮਤਲਬ ਕੁਤਬਦੀਨ ਐਬਕ ਵੀ ਇੱਕ ਪਹਿਲਾ ਦਾਸ ਸੀਗਾ ਮੁਹੰਮਦ ਗੋਰੀ ਦਾ। ਬਾਅਦ ਵਿੱਚ ਭਾਰਤ ਦੇ ਵਿੱਚ 1206 ਦੇ ਵਿੱਚ ਆਪਣਾ ਰਾਜ ਸਥਾਪਿਤ ਕਰਦਾ ਹੈਗਾ ਦਿੱਲੀ 'ਤੇ, ਅਤੇ ਉਸ ਤੋਂ ਬਾਅਦ ਕੁਤਬਦੀਨ ਦਾ ਹੀ ਦਾਸ ਇਲਤੁਤਮਿਸ਼ ਹੈ। ਇਸ ਕਾਰਨ ਇਲਤੁਤਮਿਸ਼ ਨੂੰ ਦਾਸਾਂ ਦਾ ਦਾਸ ਗਿਣਿਆ ਜਾਂਦਾ ਹੈ। ਦਿੱਲੀ ਨੂੰ ਰਾਜਧਾਨੀ ਬਣਾਉਣ ਵਾਲਾ ਇਲਤੁਤਮਿਸ਼ ਮੁਸਲਿਮ ਸ਼ਾਸਕ ਸੀ ਪਹਿਲਾ, ਦਾਸ ਵੰਸ਼ ਦਾ ਦੂਜਾ ਮਹਾਨ ਸ਼ਾਸਕ, ਅਤੇ ਪਹਿਲਾ ਕਿਹਨੂੰ ਗਿਣਿਆ ਜਾਂਦਾ ਹੈ? ਬਲਬਨ ਨੂੰ। ਭਾਰਤ ਦਾ ਪਹਿਲਾ ਸੁਤੰਤਰ ਮੁਸਲਮਾਨ ਸ਼ਾਸਕ ਇਲਤੁਤਮਿਸ਼ ਨੂੰ ਗਿਣਿਆ ਜਾਂਦਾ ਹੈ, ਕਿਉਂਕਿ ਕੁਤਬਦੀਨ ਐਬਕ ਨੇ ਆਪਣੇ ਸਿੱਕੇ ਜਾਰੀ ਨਹੀਂ ਕੀਤੇ ਸੀ। ਇਹ ਕੱਲ੍ਹ ਵੀ ਦੇਖਿਆ ਸੀ ਆਪਾਂ ਕੁਐਸਚਨ। ਅਤੇ ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਵੀ ਇਲਤੁਤਮਿਸ਼ ਨੂੰ ਹੀ ਗਿਣਿਆ ਜਾਂਦਾ ਹੈ। ਪਿੱਛੇ ਆਪਾਂ ਪੜ੍ਹ ਕੇ ਆਏ ਹਾਂ ਕਿ ਸੂਰਜ ਗ੍ਰਹਿਣ ਕਦੋਂ ਲੱਗਦਾ ਹੈ। ਹੁਣ ਦੇਖਾਂਗੇ ਆਪਾਂ ਚੰਨ ਗ੍ਰਹਿਣ ਕਦੋਂ ਲੱਗਦਾ ਹੈਗਾ ਜੀ। ਇਹ ਹੈਗਾ ਜੀ ਇਹਦਾ ਆਨਸਰ ਜਦੋਂ ਧਰਤੀ ਸੂਰਜ ਅਤੇ ਚੰਨ ਦੇ ਵਿਚਕਾਰ ਆ ਜਾਵੇ। ਮਤਲਬ ਪਹਿਲਾਂ ਇਹ ਸਨ ਹੈ, ਅਰਥ ਅਤੇ ਮੂਨ। ਪਹਿਲਾਂ ਵਾਲੀ ਕੈਟਾਗਰੀ ਆਪਾਂ ਦੇਖੀ ਸੀਗੀ ਉਹ ਸੀਗੀ ਉਸ ਸਮੇਂ, ਇਸ ਸਮੇਂ ਸੀ ਜਦੋਂ ਸੂਰਜ ਗ੍ਰਹਿਣ ਲੱਗਦਾ ਹੈਗਾ। ਇਹ ਹੈ ਅਰਥ, ਇਸ ਸਮੇਂ ਸੂਰਜ ਗ੍ਰਹਿਣ, ਅਤੇ ਇਹ ਹੈਗਾ ਜੀ ਚੰਨ ਗ੍ਰਹਿਣ। ਦੋਨਾਂ ਨੂੰ ਯਾਦ ਰੱਖਣਾ ਹੈਗਾ, ਇਹ ਵਾਰ-ਵਾਰ ਪੁੱਛ ਲਏ ਜਾਂਦੇ ਨੇ। ਦਾਸਾਂ ਦਾ ਸਰਪ੍ਰਸਤ ਕਿਸ ਨੂੰ ਕਿਹਾ ਜਾਂਦਾ ਹੈਗਾ? ਫਿਰੋਜ਼ ਸ਼ਾਹ ਤੁਗਲਕ ਨੂੰ।
ਫਿਰੋਜ਼ ਸ਼ਾਹ ਤੁਗਲਕ ਦੇ ਕਾਰਜਕਾਲ ਸਭ ਤੋਂ ਵੱਧ 10 ਸੀਗੇ। ਇਹ ਹੈਗਾ ਜੀ 1,80,000 ਦੇ ਨੇੜੇ 10 ਸੀਗੇ ਉਸ ਸਮੇਂ। ਇਸ ਦੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਫਿਰੋਜ਼ਪੁਰ ਸ਼ਹਿਰ ਪੰਜਾਬ ਦੇ ਵਿੱਚ ਸਥਾਪਨਾ ਕੀਤੀ। ਉਸ ਤੋਂ ਬਾਅਦ ਇਹਨਾਂ ਨੂੰ ਦੀਵਾਨ-ਏ ਖੈਰਾਤ ਨਾਂ ਦੀ ਇੱਕ ਵਿਭਾਗ ਸ਼ੁਰੂ ਕੀਤਾ। ਸਿੰਚਾਈ ਦੇ ਲਈ ਨਹਿਰਾਂ ਦਾ ਪ੍ਰਬੰਧ ਕੀਤਾ। ਸਖਤ ਸਜ਼ਾਵਾਂ ਸੀਗੀਆਂ। ਅਪੁੱਲਾ ਆਗਿਆ ਪੱਤਰ ਕਿਸ ਨੇ ਜਾਰੀ ਕੀਤਾ? ਇਹ ਹੈਗਾ ਅਕਬਰ ਨੇ। ਮਹਾਰਾਜਾ ਅਪੁੱਲ ਆਗਿਆ ਪੱਤਰ ਮਹਾਜ਼ਰ ਅਪੁੱਲ ਆਗਿਆ ਪੱਤਰ ਅਕਬਰ ਨੇ 1579 ਈਸਵੀ ਵਿੱਚ ਉਲਮਾ ਤੇ ਸਜਦਾ ਦਾ ਧਾਰਮਿਕ ਤੇ ਰਾਜਨੀਤਿਕ ਉੱਤੇ ਪ੍ਰਭਾਵ ਘੱਟ ਕਰਨ ਦੇ ਲਈ ਇਸ ਪੱਤਰ ਤੇ ਦਸਤਖਤ ਕਰਵਾ ਕੇ ਖੁਦ ਨੂੰ ਇਸਲਾਮ ਧਰਮ ਦਾ ਸਰਵਉੱਚ ਨੇਤਾ ਪਦਵੀ ਪ੍ਰਾਪਤ ਕੀਤੀ। ਵੰਦੇ ਮਾਤਰਮ ਕਿਹੜੇ ਭਾਰਤੀ ਰਾਸ਼ਟਰੀ ਅੰਦੋਲਨ ਦਾ ਮੁੱਖ ਗੀਤ ਹੈ? ਇਹ ਹੈ ਜੀ ਸਵਦੇਸ਼ੀ ਅੰਦੋਲਨ। ਮਾਊਂਟ ਐਵਰੈਸਟ ਕਿਸ ਤਰ੍ਹਾਂ ਦਾ ਪਰਬਤ ਹੈ? ਵਲਦਾਰ ਪਰਬਤ। ਯੂਰਾਲ ਪਰਬਤ, ਰਾਕੀ ਪਰਬਤ, ਐਂਡੀਜ਼ ਪਰਬਤ ਦੁਨੀਆ ਦੀ ਸਭ ਤੋਂ ਲੰਬੀ ਪਰਬਤ ਲੜੀ ਹੈ, ਤੇ ਐਲਪਸ ਪਰਬਤ ਵੀ ਵਲਦਾਰ ਪਰਬਤ ਹੈ। ਸ਼ੀਤ ਉਸ਼ਣ ਕਟਬੰਧੀ ਖੇਤਰ ਮਾਰੂਥਲ ਮਿਲਦਾ ਹੈ। ਇਹ ਹੈ ਜਿੱਥੇ ਠੰਡਾ ਮਾਰੂਥਲ। ਟੈਗਾ ਖੇਤਰ ਵਿੱਚ ਕਿਸ ਤਰ੍ਹਾਂ ਦੇ ਜੰਗਲ ਪਾਏ ਜਾਂਦੇ ਹਨ? ਉਸ਼ਣ ਕਟਬੰਧੀ ਜੰਗਲ। ਭਾਰਤ ਵਿੱਚ ਕਿਸ ਤਰ੍ਹਾਂ ਦੇ ਜੰਗਲ ਪਾਏ ਜਾਂਦੇ ਹਨ? ਮਾਨਸੂਨੀ ਜੰਗਲ। ਡੋਗਬਈ ਅਤੇ ਬੰਬੇ ਹਾਈ ਕੋਰਟ ਕਿਸ ਲਈ ਪ੍ਰਸਿੱਧ ਹੈ? ਇਹ ਖਣਿਜ ਪਦਾਰਥਾਂ ਦੇ ਲਈ। ਇਹ ਅਸਮ ਦੇ ਵਿੱਚ ਪਾਏ ਜਾਂਦੇ ਹਨ। 11 ਕਿਲੋਮੀਟਰ ਬੰਬੇ ਤੋਂ ਮੁੰਬਈ ਤੋਂ ਇਹ ਦੂਰ ਹੈ। ਤੇ ਤੇਲ ਸੋਧਕ ਕਾਰਖਾਨਾ 1965 ਦੇ ਵਿੱਚ। ਸਹਾਰਾ ਤੇ ਕਾਲਾਹਾਰੀ ਗਰਮ ਮਾਰੂਥਲ ਕਿਹੜੇ ਮਹਾਂਦੀਪ ਦੇ ਵਿੱਚ ਪਾਏ ਜਾਂਦੇ ਹਨ? ਇਸ ਦਾ ਆਨਸਰ ਹੈ ਅਫਰੀਕਾ। ਸਹਾਰਾ ਮਾਰੂਥਲ ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਹੈ। ਅਫਰੀਕਾ ਮਹਾਂਦੀਪ ਦੇ ਉੱਤਰ ਵਿੱਚ ਸਥਿਤ ਹੈ। 10 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਸਭ ਤੋਂ ਉੱਚੀ ਚੋਟੀ ਕੋਸੀ ਇਸ ਵਿੱਚ ਹੀ ਹੈ। ਕਾਲਾਹਾਰਾ ਮਾਰੂਥਲ ਅਫਰੀਕਾ ਦੱਖਣ ਦੇ ਵਿੱਚ ਸਥਿਤ ਹੈ ਤੇ 3 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਸ ਦੀ ਮਿੱਟੀ ਦਾ ਰੰਗ ਲਾਲ ਹੈ। ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਇਹ ਹੈ ਜੀ ਯੂਰਾਲ ਪਰਬਤ। ਇਹਨਾਂ ਨੀਚੇ ਥੱਲੇ ਮਿਲਾਨ ਦਿੱਤੇ ਹੋਏ ਇਹਨਾਂ ਨੂੰ ਇਸੇ ਨਾਲ ਮਿਲਾਣਾ ਹੈ। ਇਹ ਬਿਲਕੁਲ ਸਿੱਧੇ ਨਹੀਂ। ਮਿਸਰ ਦੀ ਸਭਿਅਤਾ ਨੀਲ ਨਦੀ, ਮੈਸੋਪੋਟਾਮੀਆ ਦਜਲਾ ਜਾਂ ਫਰਾਤ ਨਦੀ, ਹੜੱਪਾ ਸਭਿਅਤਾ ਸਿੰਧ ਨਦੀ, ਚੀਨ ਦੀ ਸਭਿਅਤਾ ਹਿਵਾਂਗ ਨਦੀ। ਕਿਹੜਾ ਸਥਾਨ ਸਿੰਧੂ ਘਾਟੀ ਸਭਿਅਤਾ ਦਾ ਕੇਂਦਰ ਨਹੀਂ ਹੈ? ਇਸ ਦੇ ਵਿੱਚ ਹੈ ਮੌਲਵੀ ਨਹੀਂ ਹੈ ਜੀ। ਰੰਗਪੁਰ, ਕੋਟ ਦੀਜੀ, ਆਲਮਗੀਰ ਇਹ ਸਾਰੇ ਦੇ ਸਾਰੇ ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਹਨ। ਇਹ ਕੁਛ ਨਾਮ ਦਿੱਤੇ ਹੋਏ ਨੇ। ਹੜੱਪਾ ਇਹ ਪੱਛਮੀ ਪੰਜਾਬ ਦੇ ਵਿੱਚ ਹੈ ਤੇ ਖੋਜਕਰਤਾ ਦੇ ਨਾਮ ਦਿੱਤੇ ਹੋਏ ਹੈ। ਹੜੱਪਾ ਪੱਛਮੀ ਪੰਜਾਬ, ਇਸ ਦੇ ਵਿੱਚ ਆਰ.ਡੀ. ਸਾਨੀ। ਮੋਹਨਜੋਦੜੋ ਸਿੰਧ ਦੇ ਵਿੱਚ ਹੈ ਆਰ.ਡੀ. ਬੈਨਰਜੀ। ਚਨਹੂਦੜੋ ਇਹ ਹੈ ਏ ਮੱਕੋ ਤੇ ਗੋਪਾਲ ਮਜੂਮਦਾਰ। ਰੰਗਪੁਰ ਗੁਜਰਾਤ ਦੇ ਵਿੱਚ ਹੈ M.S. ਵਤਸ। ਕੋਟਦੀਜੀ ਸਿੰਧ। ਰੋਪੜ ਪੰਜਾਬ ਦੇ ਵਿੱਚ ਹੈ ਜਗਦੱਤ ਸ਼ਰਮਾ। ਕਾਲੀਬੰਗਾ ਰਾਜਸਥਾਨ ਬੀਬੀ ਲਾਲ ਤੇ B.K. ਥਾਪੜ। ਸੁਰਕੋਤੜਾ ਗੁਜਰਾਤ ਦੇ ਵਿੱਚ ਹੈ ਜਗਪਤੀ ਜੋਸ਼ੀ। ਸੀਤਬਲ ਹਰਿਆਣਾ ਸੂਰਜਬਾਨ। ਲੋਥਲ ਗੁਜਰਾਤ ਦੇ ਵਿੱਚ ਹੈ S.R.O.
ਧੌਲਵੀਰਾ ਗੁਜਰਾਤ ਦੇ ਵਿੱਚ ਹੈ। RS ਵਿਸ਼ਟ ਕੁਨਾਲ ਹਰਿਆਣਾ ਵਿੱਚ ਹੈ। ਮਾਧਵ ਆਚਾਰਿਆ। ਇਹਦੇ ਵਿੱਚ ਕੁਛ ਜਿਹੜੇ ਇੰਪੋਰਟੈਂਟ ਹੈ ਉਹੀ ਮੈਂ ਨਾਮ ਦੱਸੇ ਨੇ ਤੁਹਾਨੂੰ। ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਮੇਲਨ ਸਭ ਤੋਂ ਵੱਧ ਕਿੱਥੇ ਹੋਏ ਹੈ? ਇਸ ਦਾ ਆਨਸਰ ਹੈ ਜੀ ਕੋਲਕਾਤਾ। ਕਲਕੱਤਾ ਦੇ ਵਿੱਚ ਹੋਇਆ ਜੀ 10, ਮਦਰਾਸ ਦੇ ਵਿੱਚ 7, ਮੁੰਬਈ ਦੇ ਵਿੱਚ 6। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕੱਲ੍ਹ ਆਪਾਂ ਦੇਖਿਆ ਸੀਗਾ 1885 ਦੇ ਵਿੱਚ ਹੀ। ਤਾਂ ਇਹ ਕੁਛ ਥੱਲੇ ਉਹਨਾਂ ਦੇ ਮੁੱਖ ਜਿਹੜੀਆਂ ਸੰਮੇਲਨ ਹੈ ਉਹਨਾਂ ਦੇ ਨਾਮ ਦਿੱਤੇ ਹੋਏ ਹੈ। ਮੁੰਬਈ ਦੇ ਵਿੱਚ ਪ੍ਰਧਾਨ ਕੌਣ ਸੀ? ਆਪਾਂ ਇਹ ਤਾਂ ਦੇਖ ਲੈਂਦੇ ਹਾਂ ਇਹਨਾਂ ਨੂੰ। WC ਬੈਨਰਜੀ। ਅਤੇ ਵਿਸ਼ੇਸ਼ ਕੀ ਹੈ ਇਹ ਯਾਦ ਰੱਖਣਾ ਹੈਗਾ। ਇਸ ਦੇ ਵਿੱਚ 72 ਮੈਂਬਰ ਨੇ ਭਾਗ ਲਿਆ ਸੀ। ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀਗਾ ਜੀ? ਮਦਰਾਸ ਬਦਰੂਦੀਨ ਤੇਜਬਾਜੀ। ਇਲਾਹਾਬਾਦ ਦੇ ਵਿੱਚ ਜਾਰਜ ਯੂਲ ਪਹਿਲਾ ਅੰਗਰੇਜ਼ ਪ੍ਰਧਾਨ ਸੀ। ਮਦਰਾਸ ਐਲਫਰੈਡ ਵੈਬ ਕਾਂਗਰਸ ਪਾਰਟੀ ਦੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਅਤੇ ਦੂਜਾ ਅੰਗਰੇਜ਼ ਪ੍ਰਧਾਨ ਸੀ। ਕਲਕੱਤਾ ਦੇ ਵਿੱਚ ਰਹਿਮਤੁल्ला ਮਿਆਨੀ। ਵਿਸ਼ੇਸ਼ ਕੀ ਸੀ ਉਸ ਵਾਰ? ਪਹਿਲੀ ਵਾਰ ਵੰਦੇ ਮਾਤਰਮ ਗਾਇਆ ਗਿਆ। ਕਲਕੱਤਾ ਵਿੱਚ ਦਾਦਾ ਭਾਈ ਨੌਰੋਜੀ। ਪਹਿਲੀ ਵਾਰ ਸਵਰਾਜ ਸਵਦੇਸ਼ੀ ਬਾਈਕਾਟ ਰਾਸ਼ਟਰੀ ਸਿੱਖਿਆ ਆਦਿ ਸ਼ਬਦ ਦਾ ਪ੍ਰਯੋਗ ਕੀਤਾ ਗਿਆ। ਸੂਰਤ ਦੇ ਵਿੱਚ ਹੋਇਆ ਜਦੋਂ 1907 ਦੇ ਵਿੱਚ। ਇੰਪੋਰਟੈਂਟ ਕਾਂਗਰਸ ਦੀ ਵੰਡ ਰਾਜ ਬਿਹਾਰੀ ਬੋਸ ਉਸ ਸਮੇਂ ਪ੍ਰਧਾਨ ਸੀ। ਇਲਾਹਾਬਾਦ ਦੇ ਵਿੱਚ ਵਿਲੀਅਮ ਵੈਡਰਬਰਨ ਤੀਜਾ ਅੰਗਰੇਜ਼ ਪ੍ਰਧਾਨ। ਅਤੇ ਉਸ ਤੋਂ ਬਾਅਦ ਜਿਹੜੇ ਆਪਾਂ ਇੰਪੋਰਟੈਂਟ ਹੈ ਉਹੀ ਦੇਖਾਂਗੇ। ਕਲਕੱਤਾ ਦੇ ਵਿੱਚ ਸ਼੍ਰੀਮਤੀ ਐਨੀ ਬੇਸੈਂਟ ਪਹਿਲੀ ਮਹਿਲਾ ਅਧਿਅਕਸ਼। ਉਸ ਤੋਂ ਬਾਅਦ ਮੁੰਬਈ ਦੇ ਵਿੱਚ ਹਸਨ ਇਮਾਮ ਕਾਂਗਰਸ ਦੀ ਦੂਜੀ ਵੰਡ। ਅਤੇ ਕਾਨਪੁਰ 1925 ਦੇ ਵਿੱਚ ਸ਼੍ਰੀਮਤੀ ਸਰੋਜਨੀ ਨਾਇਡੂ ਪਹਿਲੀ ਭਾਰਤੀ ਮਹਿਲਾ ਅਧਿਅਕਸ਼। ਪਹਿਲਾਂ ਸੀ ਜੀ ਪਹਿਲੀ ਐਨੀ ਬੇਸੈਂਟ। ਉਸ ਤੋਂ ਬਾਅਦ ਹੈ ਜੀ ਪੂਰਨ ਸਵਰਾਜ ਦੀ ਮੰਗ। ਲਾਹੌਰ ਸੈਸ਼ਨ 1929 ਦੇ ਵਿੱਚ ਜਵਾਹਰ ਲਾਲ ਨਹਿਰੂ ਉਸ ਸਮੇਂ ਪ੍ਰਧਾਨ ਸੀ। ਮੌਲਿਕ ਅਧਿਕਾਰਾਂ ਦੀ ਮੰਗ ਪਹਿਲੀ ਵਾਰ ਕਰਾਚੀ ਦੇ ਵਿੱਚ 1931 ਦੇ ਵਿੱਚ। ਉਸ ਤੋਂ ਬਾਅਦ ਹੈਗਾ ਆਜ਼ਾਦੀ ਸਮੇਂ ਵੀ ਅਧਿਅਕਸ਼ ਰਹੇ ਇਹ ਸੀਗੇ JV ਕਿਰਪਲਾਨੀ ਮੇਰਠ 1946 ਦੇ ਵਿੱਚ। ਸੁਨਾਮੀ ਲਹਿਰ ਦਾ ਪ੍ਰਭਾਵ ਵੱਧ ਹੁੰਦਾ ਹੈ। ਸਭ ਤੋਂ ਵੱਧ ਪ੍ਰਭਾਵ ਕਿੱਥੇ ਹੁੰਦਾ ਹੈ ਸੁਨਾਮੀ ਲਹਿਰਾਂ ਦਾ? ਇਹ ਹੈ ਤਟੀ ਖੇਤਰਾਂ ਦੇ ਵਿੱਚ। ਸੁਨਾਮੀ ਸ਼ਬਦ ਜਾਂ ਜਾਪਾਨੀ ਭਾਸ਼ਾ ਦੇ ਸ਼ਬਦ ਸੁਨਾਮੀ ਤੋਂ ਹੋਇਆ ਹੈ ਜਿਹਦੇ ਵਿੱਚ T ਸਾਇਲੈਂਟ ਹੁੰਦੀ ਹੈ। ਸੂ ਤੋਂ ਹੈ ਕੰਢਾਂ ਅਤੇ ਪਾਣੀ। ਸਮੁੰਦਰ ਦੇ ਕੰਢਿਆਂ 'ਤੇ ਟਕਰਾਉਣ ਵਾਲੀਆਂ ਲੰਬੀਆਂ ਉੱਚੀਆਂ ਲਹਿਰਾਂ ਨੂੰ ਸੁਨਾਮੀ ਕਹਿੰਦੇ। ਇਸ ਦੀ ਰਫ਼ਤਾਰ ਕਈ ਵਾਰ 800 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਜਾਂਦੀ ਹੈ। ਇਹ ਹੈ ਆਪਣੇ ਕਈ ਸਟੇਟ ਆਪਣੇ ਇਸ ਨਾਲ ਗ੍ਰਸਤ ਹੁੰਦੇ ਨੇ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਅੰਡੇਮਾਨ ਨਿਕੋਬਾਰ ਇਸ ਵਿੱਚ ਦੇ ਸਭ ਤੋਂ ਵੱਧ ਨੁਕਸਾਨ ਹੁੰਦਾ ਹੈ। ਜੇਕਰ ਇਹਨਾਂ ਨੂੰ ਤੁਸੀਂ ਮੈਪ ਦੇ ਵਿੱਚ ਦੇਖਣਾ ਚਾਹੁੰਦੇ ਹੋ ਤਾਂ ਮੈਪ ਦੇ ਵਿੱਚ ਵੀ ਦੇਖ ਸਕਦੇ ਹੋ ਕਿਹੜੇ ਸੁਨਾਮੀ ਗ੍ਰਸਤ ਹੈਗੇ ਨੇ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ। ਭੂ ਖਿਸਕਣ ਦਾ ਡਰ ਕਿਹੜੇ ਖੇਤਰਾਂ ਦੇ ਵਿੱਚ ਸਭ ਤੋਂ ਵੱਧ ਹੁੰਦਾ ਹੈਗਾ? ਇਸ ਦਾ ਆਨਸਰ ਹੈ ਹਿਮਾਲਿਆ ਪਰਬਤ ਖੇਤਰ। ਊੜਾ ਆਨਸਰ। ਭੂਕੰਪ ਭੂਚਾਲ ਪ੍ਰਭਾਵਿਤ ਖੇਤਰ ਹੈਗੇ ਹਿਮਾਲਿਆ ਦੇ ਖੇਤਰ, ਪੂਰਬੀ ਭਾਰਤ ਦੇ ਖੇਤਰ ਅਤੇ ਸਭ ਤੋਂ ਘੱਟ ਦੱਖਣੀ ਭਾਰਤ ਦੇ ਵਿੱਚ ਆਉਂਦਾ ਹੈ। ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਵਾਲੇ ਇਲਾਕੇ ਅਤੇ ਜ਼ੋਨ ਜਿਹੜੇ ਦੱਖਣ ਇਲਾਕੇ ਹੈ ਇਹ ਘੱਟ ਪ੍ਰਭਾਵਿਤ ਹੁੰਦੇ ਆ ਭੂਚਾਲ ਦੇ ਨਾਲ। ਇਹ ਤੁਸੀਂ ਆਪਾਂ ਕੱਲ੍ਹ ਕੁਐਸਚਨ ਕੀਤੇ ਸੀਗੇ ਜ਼ੋਨ ਕਿਹੜੇ ਜ਼ੋਨ ਦੇ ਵਿੱਚ ਆਉਂਦੇ ਹੈ। ਜ਼ੋਨ 1, 2, 3 ਅਤੇ 4। ਸੋਕਾ ਪ੍ਰਭਾਵਿਤ ਖੇਤਰ ਕਿਹੜੇ ਨੇ ਜੀ? ਗੁਜਰਾਤ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਉੜੀਸਾ।
गुजरात, महाराष्ट्र ਤੇ ਉੜੀਸਾ ਤੇ ਆਂਧਰਾ ਪ੍ਰਦੇਸ਼। ਇਸ ਤੋਂ ਇਲਾਵਾ ਤੁਸੀਂ ਹੜ੍ਹ ਨਾਲ ਪ੍ਰਭਾਵਿਤ ਖੇਤਰ ਦੇਖ ਸਕਦੇ ਹੋ। ਇਹ ਹੈਗਾ ਜੀ ਅਸਾਮ, ਤੇ ਦੂਸਰੇ ਨੰਬਰ ਤੇ ਹੈ ਜੀ ਬਿਹਾਰ, ਉੱਤਰ ਪ੍ਰਦੇਸ਼, ਤੇ ਕੁਛ ਹੈਗੇ ਆ ਉੜੀਸਾ ਦੇ ਪਾਰਟ। ਇਹ ਹੜ੍ਹ ਨਾਲ ਪ੍ਰਭਾਵਿਤ ਦੇ ਹੈਗੇ। ਤੇ ਇਸ ਤੋਂ ਇਲਾਵਾ ਸੁਨਾਮੀ ਨਾਲ ਪ੍ਰਭਾਵਿਤ ਖੇਤਰ ਹੈਗੇ ਆ ਅੰਡੇਮਾਨ ਨਿਕੋਬਾਰ ਦੀਪ ਸਮੂਹ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤਟੀ ਖੇਤਰ। ਇਹ ਵੀ ਮਿਲਾਨ ਕਰਨੇ ਆ। ਬ੍ਰਹਮੋ ਸਮਾਜ ਕਿੱਥੇ ਆਇਆ ਸੀਗਾ? ਇਹ ਕਲਕੱਤਾ ਦੇ ਵਿੱਚ ਹੀ। ਆਰੀਆ ਸਮਾਜ ਬੰਬਈ ਦੇ ਵਿੱਚ, ਥਿਓਸੋਫਿਕਲ ਸੁਸਾਇਟੀ ਮਦਰਾਸ ਦੇ ਵਿੱਚ, ਅਲੀਗੜ੍ਹ ਅੰਦੋਲਨ ਅਲੀਗੜ੍ਹ ਦੇ ਵਿੱਚ। ਇਹਦਾ ਟਾਈਮ ਪੀਰੀਅਡ ਦੇਖ ਸਕਦੇ ਹੋ ਤੁਸੀਂ, 1828 ਬ੍ਰਹਮੋ ਸਮਾਜ, ਆਰੀਆ ਸਮਾਜ 1875, ਥਿਓਸੋਫਿਕਲ ਸੁਸਾਇਟੀ ਇਹ 1875 ਦੇ ਵਿੱਚ, ਅਤੇ ਅਲੀਗੜ੍ਹ ਅੰਦੋਲਨ 1857 ਦੇ ਵਿੱਚ ਹੀ। ਲਾਰਡ ਡਲਹੌਜ਼ੀ ਨੇ ਕਿਹੜੀ ਰਿਆਸਤ ਨੂੰ ਕੁਸ਼ਾਸਨ ਦੇ ਆਧਾਰ 'ਤੇ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ? ਇਸ ਦਾ ਆਨਸਰ ਹੈ ਅਵਧ, 1856 ਦੇ ਵਿੱਚ ਹੀ। 1849 ਦੇ ਵਿੱਚ ਪੰਜਾਬ ਦੇ ਨੂੰ ਵਿਲੇਅ ਕੀਤਾ, ਮਤਲਬ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ। 1852 ਦੇ ਵਿੱਚ ਲੋਅਰ ਬਰਮਾ ਅਤੇ ਪੀਗੂ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾ ਲਿਆ ਗਿਆ। ਲੈਂਪਸ ਦੀ ਨੀਤੀ ਸਾਰੇ ਜਾਣਦੇ ਹਾਂ। ਸ਼ਿਮਲਾ ਨੂੰ ਗਰਮੀਆਂ ਦੇ ਵਿੱਚ ਰਾਜਧਾਨੀ ਘੋਸ਼ਿਤ ਕੀਤਾ ਅਤੇ ਵੁੱਡ ਡਿਸਪੈਚ ਲਾਗੂ ਕੀਤਾ। ਇਹ ਸਭ ਕੁਝ ਦੱਸਿਆ ਜਾ ਰਿਹਾ ਲਾਰਡ ਡਲਹੌਜ਼ੀ ਦੇ ਸਮੇਂ ਦੇ। ਉਸ ਤੋਂ ਬਾਅਦ ਹੈ ਜੀ ਰੇਲਵੇ ਸੁਧਾਰ, ਸਰਵਜਨਕ ਨਿਰਮਾਣ ਵਿਭਾਗ, ਲੋਕ ਸੇਵਾ ਵਿਭਾਗ, ਡਾਕ ਵਿਭਾਗ ਦੀ ਸਥਾਪਨਾ, ਪ੍ਰਾਚੀਨ ਇਤਿਹਾਸਿਕ ਇਮਾਰਤਾਂ ਦੀ ਰੱਖ ਰਖਾਵ ਦੇ ਅਲੱਗ ਵਿਭਾਗ ਦੀ ਸਥਾਪਨਾ, ਦਿੱਲੀ ਤੇ ਆਗਰਾ ਦੀਆਂ ਇਤਿਹਾਸਿਕ ਇਮਾਰਤਾਂ ਦੀ ਮੁਰੰਮਤ ਕਰਾਉਣਾ ਦਾ ਸਿਹਰਾ ਵੀ ਲਾਰਡ ਡਲਹੌਜ਼ੀ ਨੂੰ ਹੀ ਜਾਂਦਾ ਹੈ। ਲਾਰਡ ਡਲਹੌਜ਼ੀ ਨੇ ਕਰਨਾਟਕਾ, ਪੂਨਾ, ਤੰਜੋਰ, ਸੂਰਤ ਦੀਆਂ ਰਿਆਸਤਾਂ ਨੂੰ ਕੀ ਹੈ ਆਪਣੇ ਦੀਆਂ ਪਦਵੀਆਂ ਅਤੇ ਪੈਨਸ਼ਨ ਖਤਮ ਕਰਕੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ। ਪੱਛਮੀ ਘਾਟ ਅਤੇ ਕਿਸ ਤਰ੍ਹਾਂ ਦੀ ਬਨਸਪਤੀ ਪਾਈ ਜਾਂਦੀ ਹੈ? ਇਸ ਦਾ ਆਨਸਰ ਹੈ ਸਦਾਬਹਾਰ ਬਨਸਪਤੀ। ਪੱਛਮੀ ਘਾਟ ਅਤੇ ਗੁਜਰਾਤ ਅਤੇ ਮਹਾਰਾਸ਼ਟਰ ਦੀ ਸੀਮਾ ਤੋਂ ਸ਼ੁਰੂ ਹੋ ਕੇ ਕੰਨਿਆ ਕੁਮਾਰੀ ਦੇ ਨਾਲ ਲੱਗਦੀ ਹੈ, ਜਿਸ ਦੇ ਵਿੱਚ ਗੁਜਰਾਤ, ਮਹਾਰਾਸ਼ਟਰ, ਗੋਆ, ਕਰਨਾਟਕਾ, ਕੇਰਲਾ, ਤਮਿਲਨਾਡੂ ਤੱਕ ਫੈਲਿਆ ਹੋਇਆ ਹੈ। ਇਹ ਵਾਲਾ ਇਸ ਵਾਲੇ ਇਲਾਕੇ ਦੀ ਗੱਲ ਕੀਤੀ ਜਾ ਰਹੀ ਹੈ। ਗੁਜਰਾਤ ਹੋ ਗਿਆ ਜੀ, ਮਹਾਰਾਸ਼ਟਰ, ਗੋਆ, ਕਰਨਾਟਕਾ, ਕੇਰਲਾ ਅਤੇ ਤਮਿਲਨਾਡੂ ਇੱਧਰਲੀ ਸਾਈਡ 'ਤੇ। ਉਸ ਤੋਂ ਬਾਅਦ ਇਸ ਕੇਵਲ ਕੇਰਲ ਨੂੰ ਕੀ ਹੈ 2012 ਦੇ ਵਿੱਚ ਕੀ ਹੈ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਘੋਸ਼ਿਤ ਕੀਤਾ ਗਿਆ। ਇਸ ਵਿੱਚ 2 ਹੌਟਸਪੌਟ ਵੀ ਬਣੇ ਹੋਏ ਹਨ, ਪੱਛਮੀ ਘਾਟ ਅਤੇ ਪੂਰਬੀ ਹਿਮਾਲਿਆ। ਦਲਦਲੀ ਖੇਤਰਾਂ ਵਿੱਚ ਕਿਸ ਤਰ੍ਹਾਂ ਦੀ ਜਲਵਾਯੂ ਪਾਈ ਜਾਂਦੀ ਹੈ? ਮੈਂਗਰੋਵ ਜੰਗਲ ਬਨਸਪਤੀ, ਜਵਾਰੀਸ ਬਨਸਪਤੀ ਅਤੇ ਡੈਲਟਾਈ ਖੇਤਰ ਵਿੱਚ ਪਾਈ ਜਾਂਦੀ ਹੈ। ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਧ ਮੈਂਗਰੋਵ ਵਨ ਪਾਏ ਜਾਂਦੇ। ਇਹਨਾਂ ਜੰਗਲਾਂ ਵਿੱਚ ਸੁੰਦਰ ਨਾਂ ਦੇ ਦਰਖਤ ਪਾਏ ਜਾਂਦੇ ਹਨ, ਇਸ ਕਰਕੇ ਇਸ ਨੂੰ ਸੁੰਦਰਬਨ ਡੈਲਟਾ ਕਿਹਾ ਜਾਂਦਾ ਹੈ। ਪੀਟ ਤੇ ਦਲਦਲੀ ਮਿੱਟੀ ਦੇ ਰੰਗ ਕਾਲਾ ਹੁੰਦਾ ਹੈ। ਡਿਗਰੀ ਚੈਨਲ ਆਪਸ ਵਿੱਚ ਜੋੜਦੇ ਹਨ 10 ਡਿਗਰੀ। ਕਿਹੜੀ ਚੈਨਲ ਨੂੰ ਜੋੜਦੇ ਹਨ? ਇਹ ਇਹਦਾ ਆਨਸਰ ਹੈਗਾ ਜੀ ਆੜਾ, ਅੰਡੇਮਾਨ ਤੇ ਕਾਰ ਨਿਕੋਬਾਰ। ਇਹਨੂੰ ਤੁਸੀਂ ਮੈਪ ਦੇ ਵਿੱਚ ਦੇਖ, ਇਹ ਹੈ ਜੀ ਸਾਰਾ ਅੰਡੇਮਾਨ ਨਿਕੋਬਾਰ, ਜਿਹਦੇ ਵਿੱਚ ਇਹਨਾਂ ਨੇ ਅੰਡੇਮਾਨ ਨੂੰ ਆਈਲੈਂਡ ਨੂੰ ਕੀ ਹੈ ਅਲੱਗ-ਅਲੱਗ ਮਿਡਲ ਅੰਡੇਮਾਨ, ਲੋਅਰ ਨੌਰਥ ਅੰਡੇਮਾਨ, ਮਿਡਲ, ਲੋਅਰ ਤੇ ਪੋਰਟ ਬਲੇਅਰ ਇਹਨਾਂ ਦੀ ਰਾਜਧਾਨੀ ਹੈ, ਲਿਟਲ ਅੰਡੇਮਾਨ। ਕਾਰ ਨਿਕੋਬਾਰ ਅਤੇ ਗ੍ਰੇਟ ਨਿਕੋਬਾਰ ਤੇ ਲਿਟਲ ਨਿਕੋਬਾਰ, ਇਹ ਨਿਕੋਬਾਰ ਨੂੰ ਵੰਡਿਆ ਹੋਇਆ ਜੀ, ਤੇ ਇਹ ਵਾਲਾ ਵੰਡਿਆ ਹੋਇਆ ਜੀ ਅੰਡੇਮਾਨ ਨੂੰ। ਦੱਖਣ ਪਾਸ ਆਪਸ ਵਿੱਚ ਕਿਸ ਨੂੰ ਜੋੜਦਾ ਹੈ? ਇਸ ਦਾ ਆਨਸਰ ਹੈਗਾ ਜੀ ਅੰਡੇਮਾਨ ਤੇ ਛੋਟਾ ਨਿਕੋਬਾਰ ਅੰਡੇਮਾਨ। ਹੁਣੇ ਆਪਾਂ ਪਿਕਚਰ ਦੇ ਵਿੱਚ ਦੇਖਿਆ ਸੀ। ਦੱਖਣ ਪਾਸ ਕੀ ਹੈ ਜੀ, ਜਿਹੜਾ ਦੱਖਣ ਦਾ ਅੰਡੇਮਾਨ ਹੈ
ਤੇ ਛੋਟਾ ਲਿਟਲ ਅੰਡੇਮਾਨ ਹੈ, ਇਸ ਨੂੰ ਆਪਸ ਵਿੱਚ ਜੋੜਦਾ ਹੈ ਦੱਖਣ ਪਾਸ। ਭਾਰਤ ਦੀਆਂ ਉਹ ਨਦੀਆਂ ਜਿਨ੍ਹਾਂ ਦਾ ਜਨਮ ਸਥਾਨ ਭਾਰਤ ਵਿੱਚ ਨਹੀਂ ਹੋਇਆ ਹੈ, ਇਸ ਦਾ ਆਨਸਰ ਹੈ ਸ ਕੋਸੀ, ਸਿੰਧ, ਸਤਲੁਜ, ਬ੍ਰਹਮਪੁੱਤਰ। ਇਹ ਸਾਰੀਆਂ ਦੀ ਸਾਰੀਆਂ ਕੀ ਹੈ, ਤਿੱਬਤ ਚੀਨ ਦੇ ਵਿੱਚ ਨਿਕਲ ਕੇ ਆਉਂਦੀਆਂ ਨੇ। ਹਿਮਾਲਿਆ ਦਾ ਫੁੱਟਹਿਲ ਰੀਜਨ ਕਿਹੜੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਦਾ ਆਨਸਰ ਹੈ ਸ਼ਿਵਾਲਿਕ। ਇਹ ਸੀਗੀ ਜੀ ਅੱਜ ਆਪਣੀ 50 ਕੁਐਸਚਨਾਂ ਦੀ ਵੀਡੀਓ। ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਲਾਈਕ ਕਰਨਾ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕਿਸ ਤਰ੍ਹਾਂ ਦੀ ਲੱਗੀ। ਅਤੇ ਜਿਸ ਨੇ ਪਹਿਲੀ ਵੀਡੀਓ ਨਹੀਂ ਦੇਖੀ ਉਹ ਪਹਿਲੀ ਵੀਡੀਓ ਇਸ 'ਤੇ ਚੈਨਲ 'ਤੇ ਜਾ ਕੇ ਦੇਖ ਸਕਦਾ ਜੀ। ਬਹੁਤ ਬਹੁਤ ਧੰਨਵਾਦ।